ਅਸੀਂ ਅੱਜ ਬੈਠੇ ਹਾਂ ਜੀ ਐਮਐਲਏ ਸਾਹਿਬ ਕੋਲ ਫਿਰੋਜ਼ਪੁਰ ਦਿਹਾਤੀ ਦੇ ਐਮਐਲਏ ਸ਼੍ਰੀ ਰਜਨੀਸ਼ ਦਈਆ ਜੀ ਕੋਲ, ਜਿਨ੍ਹਾਂ ਨੇ ਆਪ ਦੀ ਸਰਕਾਰ ਦੇ ਵਿੱਚ ਆਂਦੇ ਨਾਲ ਹੀ ਬਹੁਤ ਵਧੀਆ ਕੰਮ ਕੀਤੇ ਨੇ। ਇਹਨੇ ਲੋਕਾਂ ਦੀ ਸੁਣਵਾਈਆਂ ਕੀਤੀਆਂ ਨੇ, ਲੋਕਾਂ ਦੇ ਕੰਮ ਕੀਤੇ ਨੇ ਔਰ ਇਹਨਾਂ ਦੀ ਸਰਕਾਰ ਨੂੰ ਅੱਜ 5 ਮਹੀਨੇ ਹੋ ਗਏ ਨੇ। ਉਹਨਾਂ ਦੇ ਵਿੱਚ ਕੀ ਉਪਰਾਲੇ ਹੋਏ ਨੇ ਜਾਂ ਕੀ ਇਸ ਟਾਈਮ ਹਾਲੇ ਜਿਹੜੇ ਅੱਗੇ ਪ੍ਰੋਗਰੈਸ ਇਹਨਾਂ ਨੇ ਕਰਨੀ ਹੈ, ਕੁਝ ਸਵਾਲ ਨੇ ਜਿਹੜੇ ਆਪਾਂ ਇਹਨਾਂ ਤੋਂ ਹੀ ਪੁੱਛਦੇ ਹਾਂ ਜੀ। ਸਰ ਨਮਸਕਾਰ ਜੀ, ਪਹਿਲੇ ਸਾਡਾ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ। ਸਰ ਥੈਂਕ ਯੂ। ਅਸੀਂ ਇੱਕ ਚੀਜ਼ ਪੁੱਛਣਾ ਚਾਹੁੰਦੇ ਹਾਂ ਸਰ, ਵੀ ਅੱਜ ਦਾ ਜਿਹੜਾ ਪੰਜਾਬ ਦਾ ਮੇਨ ਮੁੱਦਾ ਜਿਹੜਾ ਉਹ ਹੈਗਾ ਜੀ ਨਸ਼ਾ। ਪੰਜਾਬ ਸਰਕਾਰ, ਆਪ ਦੀ ਸਰਕਾਰ ਨਸ਼ੇ ਉੱਤੇ ਕੀ ਐਸਾ ਕਰ ਰਹੀ ਹੈ ਕਿ ਇਹਨੂੰ ਠੱਲ ਪਾਈ ਜਾਏਗੀ? ਦੇਖੋ, ਇਲੈਕਸ਼ਨ ਤੋਂ ਪਹਿਲਾਂ ਡਰੱਗਸ ਐਂਡ ਕਰਪਸ਼ਨ ਇਹਨੂੰ ਅਸੀਂ ਜ਼ੀਰੋ ਟੋਲਰੈਂਸ ਲੈ ਕੇ ਪਹਿਲਾਂ ਕੰਪੇਨ ਦੇ ਵਿੱਚ ਗਏ ਹਾਂ। ਹੁਣ ਸਰਕਾਰ ਬਣਨ ਤੋਂ ਬਾਅਦ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਕਰਪਸ਼ਨ ਐਂਡ ਡਰੱਗਸ ਦੇ ਅਗੇਂਸਟ ਸਾਡੀ ਬਹੁਤ ਵੱਡੀ ਲੜਾਈ ਚੱਲ ਰਹੀ ਹੈ, ਸੰਘਰਸ਼ ਚੱਲ ਰਿਹਾ। ਸਰਕਾਰ ਜਦੋਂ ਤੋਂ ਬਣੀ ਆ ਉਸ ਤੋਂ ਬਾਅਦ ਦੇਖੋ ਤੁਸੀਂ, ਤੁਹਾਨੂੰ ਕਰਪਸ਼ਨ ਦੇ ਵਿੱਚ ਕਾਫੀ ਹੱਦ ਤੱਕ ਗਿਰਾਵਟ ਨਜ਼ਰ ਆਈ ਹੈ। ਔਰ ਇਹ ਕਰਪਸ਼ਨ ਉਹ ਕਰਪਸ਼ਨ ਹੈ ਜਿਹੜੀ ਪਹਿਲਾਂ ਦਿਸਦੀ ਸੀ, ਵਿਜ਼ੀਬਲ ਕਰਪਸ਼ਨ। ਉਹ ਵਿਜ਼ੀਬਲ ਕਰਪਸ਼ਨ 'ਤੇ ਕਾਫੀ ਹੱਦ ਤੱਕ ਕੰਟਰੋਲ ਹੋਇਆ। ਮੈਂ ਨਹੀਂ ਕਹਿੰਦਾ ਕਿ ਖਤਮ ਹੋਈ ਹੈ, ਕਮ ਹੋਈ ਹੈ, ਘੱਟ ਹੋਈ ਹੈ। ਇਨਵਿਜ਼ੀਬਲ ਕਰਪਸ਼ਨ ਹੈ ਉਹ ਉਦੋਂ ਖਤਮ ਹੋਏਗੀ ਜਦੋਂ ਲੋਕ ਖੁੱਲ੍ਹ ਕੇ ਸਾਹਮਣੇ ਆਉਣਗੇ, ਲੋਕ ਐਫੀਡੇਵਿਟਸ ਫਾਈਲ ਕਰਨ, ਲੋਕ ਐਵੀਡੈਂਸ ਲਿਆਉਣ। ਅਸੀਂ ਉਸ ਇਨਵਿਜ਼ੀਬਲ ਕਰਪਸ਼ਨ ਨੂੰ ਵੀ ਖਤਮ ਕਰਾਂਗੇ। ਜਿੱਥੋਂ ਤੱਕ ਨਸ਼ਿਆਂ ਦਾ ਸਵਾਲ ਹੈ, ਡਰੱਗਸ ਦਾ ਸਵਾਲ ਹੈ, ਸਪੈਸ਼ਲ ਟਾਸਕ ਫੋਰਸ ਬਣਾਈ ਗਈ। ਮਾਨਯੋਗ ਮੁੱਖ ਮੰਤਰੀ ਸਾਹਿਬ ਨੇ, ਸਾਡੇ ਡੀਜੀਪੀ ਸਾਹਿਬ ਗੌਰਵ ਯਾਦਵ ਜੀ, ਉਹਨਾਂ ਨੂੰ ਸਪੈਸ਼ਲ ਡਿਊਟੀ ਲਾਈ ਗਈ ਹੈ। ਔਰ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸਾਡੇ ਸਾਰੇ ਐਮਐਲਏ ਸਾਹਿਬਾਨ ਨਾਲ, ਸੀਐਮ ਸਾਹਿਬ ਨਾਲ ਮੀਟਿੰਗ ਵੀ ਹੋਈ ਹੈ, ਜਿਹਦੇ 'ਚ ਜਿਹੜੇ ਪੁਲਿਸ ਦੇ ਸੀਨੀਅਰ ਆਫੀਸਰਸ ਵੀ ਬੈਠੇ ਸੀ। ਔਰ ਡਰੱਗਸ ਨੂੰ ਲੈ ਕੇ ਸਰਕਾਰ ਬਹੁਤ ਕੁਝ ਪਲਾਨ ਕਰ ਰਹੀ ਹੈ। ਤੁਸੀਂ ਵੇਖਿਆ ਹੋਣਾ ਕਿ ਪਿਛਲੇ 10-15 ਦਿਨ ਪਹਿਲਾਂ ਆਲ ਓਵਰ ਦਾ ਸਟੇਟ ਛਾਪੇਮਾਰੀਆਂ ਹੋਈਆਂ, ਕਾਫੀ ਹੱਦ ਵਿੱਚ ਰਿਕਵਰੀਜ਼ ਹੋਈਆਂ ਨੇ। ਔਰ ਇਹ ਰਿਕਵਰੀਜ਼ ਉਹ ਰਿਕਵਰੀ ਸੀ ਜਿਹੜੇ ਕਿ ਪਿੰਡਾਂ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ, ਯੂਥ ਨੂੰ ਇਹ ਸਪਲਾਈ ਜਿਹੜੀ ਦੇ ਰਹੀ ਸੀ। ਸਪਲਾਈ ਚੇਨ ਹੁਣ ਟੁੱਟੀ ਹੈ। ਐਸਟੀਐਫ ਬਣਨ ਤੋਂ ਬਾਅਦ, ਗੌਰਵ ਯਾਦਵ ਜੀ ਦੇ ਆਉਣ ਤੋਂ ਬਾਅਦ, ਡੀਜੀਪੀ ਸਾਹਿਬ, ਨਸ਼ਿਆਂ ਦੇ ਉੱਤੇ ਕਾਫੀ ਕੰਟਰੋਲ ਹੈ। ਇਹ ਲੜਾਈ ਬਹੁਤ ਵੱਡੀ ਹੈ। ਇਹ ਲੜਾਈ ਕੁਝ ਚੰਦ ਦਿਨਾਂ ਦੇ ਵਿੱਚ ਖਤਮ ਹੋਣ ਵਾਲੀ ਨਹੀਂ ਹੈ। ਇਹਦੇ 'ਚ ਇਹ ਸਾਲਾਂ ਦੀ ਲੜਾਈ ਹੈ। ਔਰ ਪੰਜਾਬ ਦੇ ਲੋਕ ਕੋਆਪਰੇਟ ਕਰਨ, ਸਮਾਂ ਦੇਣ, ਜਿਹੜੀ ਮੇਨ ਵੱਡੀ ਗੱਲ ਹੈ। ਅਤੇ ਮੈਂ ਇਹ ਗੱਲ ਗਾਰੰਟੀ ਔਰ ਦਾਅਵਾ ਦੋਵੇਂ ਕਰਕੇ ਕਹਿੰਦਾ ਕਿ 2027 ਆਉਂਦੇ ਲੋਕ ਮਹਿਸੂਸ ਕਰਨਗੇ ਕਿ ਪੰਜਾਬ ਕਰਪਸ਼ਨ ਫਰੀ ਔਰ ਡਰੱਗਸ ਫਰੀ ਵਾਲੇ ਜਿਹੜੇ ਰਸਤੇ 'ਤੇ ਤੁਰਿਆ ਸੀ, ਕਾਫੀ ਕੁਝ ਉਹਦੇ 'ਚ ਪੰਜਾਬ ਨੇ, ਪੰਜਾਬ ਦੇ ਲੋਕਾਂ ਨੇ ਤੇ ਪੰਜਾਬ ਸਰਕਾਰ ਨੇ ਗੇਨ ਕੀਤਾ ਹੈ। ਔਰ ਅਸੀਂ ਆਪਦੇ ਟਾਰਗੇਟ ਦੇ ਕਾਫੀ ਕਲੋਜ਼ ਹੋਵਾਂਗੇ। ਸਰ ਕਿਤੇ ਨਾ ਕਿਤੇ ਨਸ਼ਾ ਜਿਹੜਾ ਵਧਿਆ ਜਾਂ ਪਿਛਲੀਆਂ ਸਰਕਾਰਾਂ ਦੇ ਟਾਈਮ ਤੇ ਵਧਿਆ, ਪਿਛਲੇ ਸਮੇਂ ਵਧਿਆ, ਉਸ ਦੌਰਾਨ ਇਸ ਨਸ਼ੇ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਦੇ ਵਿੱਚ ਪਈ ਹੈ, ਉਹਦਾ ਕਿਤੇ ਨਾ ਕਿਤੇ ਕਾਰਨ ਜਿਹੜਾ ਉਹ ਬੇਰੁਜ਼ਗਾਰੀ ਵੀ ਰਿਹਾ। ਕਈ ਪੜ੍ਹੇ ਲਿਖੇ ਲੋਕ ਨੇ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਨੇ, ਬੇਰੁਜ਼ਗਾਰੀ ਸੀਗੀ, ਪਿਛਲੀਆਂ ਸਰਕਾਰਾਂ ਨੇ ਉਹਨਾਂ ਦੇ ਕੰਮ ਨਹੀਂ ਕੀਤੇ ਨੇ, ਪਰ ਆਪ ਦੀ ਸਰਕਾਰ ਨੇ ਦਾਅਵਾ ਕੀਤਾ ਸੀ ਵੀ ਅਸੀਂ ਬੇਰੁਜ਼ਗਾਰੀ ਜਿਹੜੀ ਹੈ ਉਹ ਵੀ ਦੂਰ ਕਰਾਂਗੇ। ਉਹਦੇ ਬਾਰੇ ਪੰਜਾਬ ਸਰਕਾਰ ਕੀ ਸੋਚ ਰਹੀ ਹੈ? ਦੇਖੋ, ਇਲੈਕਸ਼ਨ ਮੈਨੀਫੈਸਟੋ ਦੇ ਵਿੱਚ ਸਾਰੀਆਂ ਪਾਰਟੀਆਂ ਵਾਅਦੇ ਕਰਦੇ ਸੀ। ਮਾਨ ਸਾਹਿਬ ਨੇ ਇਹ ਆਵਾਜ਼ ਚੱਕੀ
ਪਾਰਲੀਮੈਂਟ 'ਚ ਵੀ, ਜਦੋਂ ਉਹ ਮੈਂਬਰ ਪੰਚਾਇਤ ਸੀ, ਸੌਰੀ ਮੈਂਬਰ ਆਫ ਪਾਰਲੀਮੈਂਟ ਸੀ। ਔਰ ਡਿਊਰਿੰਗ ਇਲੈਕਸ਼ਨ ਕੰਪੇਨ ਵੀ ਜਿਹੜਾ ਮੈਨੀਫੈਸਟੋ ਹੈ, ਇਟ ਸ਼ੁੱਡ ਬੀ ਇਨ ਸ਼ੇਪ ਆਫ ਐਨ ਐਫੀਡੇਵਿਟ, ਹਲਫੀਆ ਬਿਆਨ ਹੋਣਾ ਚਾਹੀਦਾ। ਜੇ ਉਹ ਮੈਨੀਫੈਸਟੋ ਦੀਆਂ ਗੱਲਾਂ, ਮੈਨੀਫੈਸਟੋ ਦੀਆਂ ਜਿਹੜੀਆਂ ਉਹਨਾਂ ਦੇ ਜਿਨ੍ਹਾਂ 'ਤੇ ਬੇਸ ਸੀਗਾ, ਉਹ ਕੰਪਲੀਟਲੀ ਕੰਪਲਾਈ ਵਿਦ ਨਹੀਂ ਹੁੰਦਾ, ਤਾਂ ਉਸ ਪੋਲੀਟੀਕਲ ਪਾਰਟੀ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਕੈਂਸਲ ਹੋਣੀ ਚਾਹੀਦੀ। ਤੁਸੀਂ ਠੀਕ ਕਹਿ ਰਹੇ, ਜਿਸ ਤਰ੍ਹਾਂ ਮੇਰੀ ਗੱਲ ਸੁਣੋ, ਅਸੀਂ ਜੋ ਬੇਰੁਜ਼ਗਾਰਾਂ ਨੂੰ, ਯੂਥ ਨੂੰ ਨੌਕਰੀਆਂ ਦੇਣ ਦੀ ਗੱਲ ਕੀਤੀ, ਮੈਂ ਤੁਹਾਨੂੰ ਗਾਰੰਟੀ ਨਹੀਂ, ਦਾਅਵੇ ਨਾਲ ਇਹ ਗੱਲ ਕਰਨਾ, ਤੁਸੀਂ ਥਰੂ ਆਊਟ ਸਿੰਸ ਇੰਡੀਪੈਂਡੈਂਟ ਤੁਸੀਂ ਹਿਸਟਰੀ ਚੱਕ ਲਓ, ਆਮ ਆਦਮੀ ਪਾਰਟੀ ਦੀ ਇਹ ਪੰਜਾਬ ਸਰਕਾਰ ਵਾਹਿਦ ਇਕਲੌਤੀ ਗਵਰਨਮੈਂਟ ਹੈ ਜਿਨੇ ਆਪਣੀ ਸਰਕਾਰ ਬਣਨ ਦੇ ਬਾਅਦ ਪਹਿਲੀ ਮੀਟਿੰਗ ਦੇ ਵਿੱਚ ਯੂਥ ਨੂੰ ਨੌਕਰੀਆਂ ਦਾ ਐਲਾਨ ਕੀਤਾ। 25,000 ਨੌਕਰੀਆਂ ਦੀ ਗੱਲ ਕੀਤੀ, ਲੇਕਿਨ ਕੈਬਨਿਟ 'ਚ ਪਾਸ ਕਿੰਨੀ ਹੋਈਆਂ? 26,654। ਔਰ ਉਹ ਨੌਕਰੀਆਂ ਦਾ ਪ੍ਰੋਸੈਸ ਚੱਲਿਆ। ਹਰਾਜ ਪਿੰਡ ਸਲਿਆਣੀ ਦੇ ਨਾਲ ਤਲਵੰਡੀ ਤੋਂ ਪਹਿਲਾਂ ਇੱਕ ਮਾਤੜ ਪਰਿਵਾਰ, ਬਿਲਕੁਲ ਗਰੀਬ, ਉਸ ਪਰਿਵਾਰ ਦੇ 3 ਜੀ ਅੱਜ ਸਰਕਾਰੀ ਨੌਕਰੀ ਤੇ। ਪਰਸੋਂ ਉਹ ਦਫ਼ਤਰ ਆਏ, ਅੱਖਾਂ 'ਚ ਹੰਝੂ, ਧੰਨਵਾਦ ਕੀਤਾ ਮਾਨ ਸਾਹਿਬ ਦਾ, ਧੰਨਵਾਦ ਕੀਤਾ ਉਹਨਾਂ ਨੇ ਅਰਵਿੰਦ ਕੇਜਰੀਵਾਲ ਸਾਹਿਬ ਦਾ, ਧੰਨਵਾਦ ਕੀਤਾ ਪਰਮਾਤਮਾ ਦਾ, ਪਰਮਾਤਮਾ ਤਾਂ ਸਭ ਤੋਂ ਪਹਿਲਾਂ, ਔਰ ਅਖੀਰ ਧੰਨਵਾਦ ਉਹਨਾਂ ਨੇ ਮੇਰਾ ਕੀਤਾ। ਉਹ ਕਹਿੰਦੇ ਅਸੀਂ ਜ਼ਿੰਦਗੀ 'ਚ ਸੋਚ ਨਹੀਂ ਸਕਦੇ ਸੀ ਵੀ ਸਾਡਾ ਇੱਕ ਬੱਚਾ ਵੀ ਸਰਕਾਰੀ ਨੌਕਰੀ ਤੇ ਜਾਏਗਾ, ਪਰ ਉਹਨਾਂ ਦੇ ਪਰਿਵਾਰ ਦੇ 3 ਜੀ, ਉਸ ਬੰਦੇ ਦਾ ਮੁੰਡਾ, ਅੱਗੇ ਉਹਦੀ ਘਰਵਾਲੀ ਔਰ ਉਸ ਬੰਦੇ ਦੀ ਲੜਕੀ, 3 ਜੀਆਂ ਨੂੰ ਨੌਕਰੀ ਮਿਲੀ ਹੈ। 1695 ਲਾਈਨਮੈਨ ਬਿਜਲੀ ਘਰਾਂ ਦੇ ਵਿੱਚ ਆ ਰਹੇ ਨੇ। ਤੁਸੀਂ ਦੇਖੋ ਨਵੇਂ ਪਟਵਾਰੀ ਭਰਤੀ ਹੋਏ, ਜਿਹੜੇ ਰਿਟਾਇਰਡ ਸੀ ਉਹਨਾਂ ਨੂੰ ਵਾਪਸ ਲੈ ਕੇ ਆਏ ਆ ਫॉर द ਟਾਈਮ ਬਿੰਗ, ਤਾਂ ਕਿ ਜਿਹੜੀ ਹੈ ਇੱਕ ਵਾਰੀ ਸਿਸਟਮ ਨੂੰ ਦਰੁਸਤ ਕੀਤਾ ਜਾਏ, ਸਿਸਟਮ ਨੂੰ ਕੰਟੀਨਿਊਟੀ ਜਿਹੜੀ ਕੰਟੀਨਿਊਸ ਉਹ ਬਣਿਆ ਰਹੇ। ਨੌਕਰੀਆਂ ਦੇ ਰਹੇ ਆ, ਆਮ ਆਦਮੀ ਕਲੀਨਿਕ ਆ ਰਹੇ ਨੇ। ਲੋਕਾਂ ਨੂੰ ਨਾ ਜ਼ਿਆਦਾਤਰ ਵਿਰੋਧੀਆਂ ਨੂੰ, ਕਾਂਗਰਸੀਆਂ ਨੂੰ, ਅਕਾਲੀਆਂ ਨੂੰ ਚਿੜਾਉਣ ਲੱਗੇ ਸੀ, ਮਹੱਲਾ ਕਲੀਨਿਕ ਕਰਦੇ ਨੇ। ਸਰ ਇੱਕ ਮਿੰਟ, ਮੈਂ ਇੱਥੇ ਹੀ ਤੁਹਾਨੂੰ ਇਹੀ ਸਵਾਲ ਕਰਨ ਲੱਗਾ ਸੀ ਵੀ ਜਿਹੜੇ ਕਲੀਨਿਕ ਆਪਾਂ ਖੋਲ ਰਹੇ ਹਾਂ, ਆਮ ਆਦਮੀ ਪਾਰਟੀ ਜਿਹੜੇ ਕਲੀਨਿਕ, ਮਹੱਲਾ ਕਲੀਨਿਕ ਬਣਾ ਰਹੇ ਆ, ਵਿਰੋਧ ਜ਼ਿਆਦਾ ਹੋ ਰਿਹਾ ਹੈ ਇਸ ਚੀਜ਼ ਦਾ ਕਿ ਜਿਹੜੇ ਸੇਵਾ ਕੇਂਦਰ ਨੇ, ਸੇਵਾ ਕੇਂਦਰ ਨੂੰ ਹੀ ਕਿਉਂ ਚੁਣਿਆ ਗਿਆ? ਕਿਉਂਕਿ ਉਹ ਤਾਂ ਪਹਿਲੀਆਂ ਸਰਕਾਰਾਂ ਨੇ ਬਣਾਏ ਸੀ। ਪਿੱਛੇ ਜਿਵੇਂ ਅਕਾਲੀ ਵੱਲੋਂ ਬਿਆਨ ਆਏ ਸੀਗੇ, ਅਕਾਲੀ ਪਾਰਟੀ ਵੱਲੋਂ, ਕਿ ਜਿਹੜੇ ਸੇਵਾ ਕੇਂਦਰਾਂ ਨੂੰ ਹੀ ਕਿਉਂ ਚੁਣਿਆ ਗਿਆ, ਅਲੱਗ ਤੋਂ ਕਿਉਂ ਨਹੀਂ ਮਹੱਲਾ ਕਲੀਨਿਕ ਬਣਾਏ ਗਏ? ਦੇਖੋ, ਸੇਵਾ ਕੇਂਦਰ ਜਦੋਂ ਬਣਾਏ ਗਏ ਸੀ, ਪੈਸਾ ਕਿਹਦਾ ਸੀ? ਸਰਕਾਰ ਦਾ। ਸਰਕਾਰ ਦਾ ਨਹੀਂ, ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਜਿਹੜੀ ਉਹ ਟੈਕਸ ਦੇ ਰੂਪ ਚ, ਪੈਸਾ ਕਿਹਦਾ ਸੀ? ਲੋਕਾਂ ਦਾ। ਸੇਵਾ ਕੇਂਦਰ ਇਹਨਾਂ ਨੇ ਬਣਾ ਕੇ ਇਸ਼ਤਿਹਾਰਾਂ 'ਚ ਦੇ ਕੇ ਆਪ ਦੀ ਵਾਹਵਾਹੀ ਕਰਵਾ ਕੇ ਬੰਦ ਹੋ ਗਏ। ਉਹ ਸੇਵਾ ਕੇਂਦਰ 'ਚ ਹੁੰਦਾ ਕੀ ਸੀ? ਉਹ ਸੇਵਾ ਕੇਂਦਰ ਜਾਂਦੇ ਸੀ ਪ੍ਰਾਈਵੇਟ ਹੱਥਾਂ 'ਚ, ਲੋਕਾਂ ਨੂੰ ਆਪਦੀ ਸਰਵਿਸ ਚਾਰजेस ਦੇਣੇ ਪੈਂਦੇ ਸੀ। ਇਹਨਾਂ ਤੋਂ ਉਹ ਵੀ ਕਾਮਯਾਬ ਨਹੀਂ ਹੋਇਆ। ਅਸੀਂ ਉਹਨੂੰ ਲਿਆਵਾਂਗੇ, ਇੰਪਰੂਵਮੈਂਟ ਦੇ ਨਾਲ ਲਿਆਵਾਂਗੇ, ਔਰ ਲੋਕਾਂ ਨੂੰ ਸੇਵਾ ਕੇਂਦਰਾਂ 'ਚ ਜਿਹੜੀਆਂ ਸਰਵਿਸਿਜ਼ ਨੇ ਮਿਲਣਗੀਆਂ। ਉਹ ਸੇਵਾ ਕੇਂਦਰ ਬੰਦ ਪਏ ਸੀ। ਤੁਸੀਂ ਆਪ ਪੱਤਰਕਾਰ ਹੋ, ਤੁਹਾਡੀ ਵੀ ਆਪਦੀ ਨੌਲੇਜ ਹੈ, ਕਰੀਬ 7-8 ਸਾਲ ਤੋਂ ਬੰਦ ਪਏ ਸੀ। ਅਸੀਂ ਬੰਦ ਪਏ ਸਿਸਟਮ ਨੂੰ ਚਲਾਇਆ ਹੈ। ਲੋਕਾਂ ਦਾ ਪੈਸਾ ਜਿਹੜਾ ਡੰਪ ਹੋ ਗਿਆ ਸੀ, ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦਾ ਸੇਵਾ ਕੇਂਦਰ ਸੀ, ਬੰਦ ਹੋ ਗਏ ਸੀ। ਉੱਥੇ ਤੇ ਉਹ ਤਾਂ ਜੰਜਾਲ ਬਣ ਗਿਆ ਸੀ, ਬਿਲਡਿੰਗਾਂ ਗਿਰਨ ਲੱਗ ਗਈਆਂ ਸੀ। ਅਸੀਂ ਉਸੇ ਹੀ ਬਿਲਡਿੰਗ, ਜੇ ਅਸੀਂ ਨਵੇਂ ਬਣਾਉਂਦੇ ਹਾਂ, ਨਵੇਂ ਦਾ ਮਤਲਬ ਬਣਾਉਂਦਾ ਵੀ ਨਵਾਂ ਇਨਫਰਾਸਟ੍ਰਕਚਰ ਲਿਆ ਕੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਫਿਰ ਦੁਬਾਰਾ ਲਾਉਣਾ, ਲੇਕਿਨ ਅਸੀਂ ਲੋਕਾਂ ਦੇ ਖੂਨ ਪਸੀਨੇ ਦੀ ਉਸ ਪੁਰਾਣੇ ਸੇਵਾ ਕੇਂਦਰਾਂ ਦੇ ਉੱਤੇ ਜਿਹੜੀ ਲੱਗੀ ਸੀ, ਅਸੀਂ ਉਹਨੂੰ ਰੀਕਨਸਟਰਕਟ ਕੀਤਾ। ਜਿਹੜਾ ਪੈਸਾ ਨਵੀਂ 'ਚ ਲਾਉਣਾ ਸੀ, ਉਸ ਤੋਂ ਕਿਤੇ 1/4 ਜਾਂ 1/5 ਹਿੱਸੇ ਜਾਂ 1/10 ਹਿੱਸੇ ਦੇ ਉਹਨਾਂ ਦਾ ਪੈਸਾ ਲਾ ਕੇ ਅਸੀਂ ਉਹ ਸੇਵਾ ਕੇਂਦਰਾਂ ਨੂੰ ਆਮ ਆਦਮੀ ਕਲੀਨਿਕ ਦੇ ਵਿੱਚ ਕਨਵਰਟ ਕਰਕੇ ਉਸੇ ਬਿਲਡਿੰਗਾਂ ਨੂੰ ਇਸਤੇਮਾਲ ਕਰ ਰਹੇ। ਸਰ, ਫਿਰੋਜ਼ਪੁਰ ਦੀ ਨਾ ਇੱਕ ਬੜੀ ਮਾੜੀ ਕਿਸਮਤ ਕਹਿ ਲਓ ਕਿ ਬੜੀਆਂ ਸਰਕਾਰਾਂ ਨੇ ਇੱਥੇ ਸਮੇਂ ਹੰਢਾਏ ਨੇ, ਅਲੱਗ-ਅਲੱਗ ਪਾਰਟੀਆਂ ਆਈਆਂ ਨੇ, ਪਰ ਫਿਰੋਜ਼ਪੁਰ ਨੂੰ ਕਦੀ ਕੋਈ ਇੰਡਸਟਰੀ ਨਹੀਂ ਮਿਲੀ।
ਜੇ ਇੰਡਸਟਰੀ ਏਰੀਆ ਬਣਿਆ ਸਰ ਤੇ ਉਹ ਅੱਜ ਤੱਕ ਉੱਥੇ ਕੋਈ ਮੇਜਰ ਇੰਡਸਟਰੀ ਨਹੀਂ ਆਈ ਜਿਨ੍ਹਾਂ ਕਰਕੇ ਕਿਸੇ ਨੂੰ ਨੌਕਰੀ ਮਿਲ ਸਕੇ, ਕਿਸੇ ਦਾ ਵਪਾਰ ਵੱਧ ਸਕੇ, ਜਾਂ ਕਦੀ ਕੋਈ ਉਪਰਾਲਾ ਹੀ ਨਹੀਂ ਇਸ ਤਰ੍ਹਾਂ ਕੀਤਾ ਗਿਆ ਕਿ ਫਿਰੋਜ਼ਪੁਰ ਦੇ ਵਿੱਚ ਇੰਡਸਟਰੀ ਬਣੇ। ਇਹਦੇ ਮੇਨ ਕਾਰਨ ਜਿਹੜੇ ਪਿਛਲੀ ਸਰਕਾਰਾਂ ਨੂੰ ਪਤਾ ਹੋ ਸਕਦੇ ਕਿਉਂ ਨਹੀਂ ਹੋਈਆਂ, ਪਰ ਆਪ ਦੀ ਜਿਹੜੀ ਸਰਕਾਰ ਹੈ ਉਹ ਇੱਕ ਨਵੀਂ ਸੋਚ ਲੈ ਕੇ ਆਈ ਹੈ ਕਿ ਫਿਰੋਜ਼ਪੁਰ 'ਚ ਇਸ ਤਰ੍ਹਾਂ ਦਾ ਅੱਗੇ ਕੁਝ ਹੋ ਸਕਦਾ। ਦੇਖੋ, ਫਿਰੋਜ਼ਪੁਰ ਸਾਡਾ ਬਾਰਡਰ ਬੈਲਟ ਹੈ, ਔਰ ਜਿੰਨੇ ਵੀ ਇੰਡਸਟਰੀਅਲਿਸਟ ਨੇ ਉਹਨਾਂ ਨੂੰ ਹੁੰਦਾ ਵੀ ਅਸੀਂ ਬਾਰਡਰ ਬੈਲਟ ਦੇ ਵਿੱਚ ਜੇ ਆਪਦੀ ਇਨਵੈਸਟਮੈਂਟ ਕਰਦੇ ਹਾਂ, ਹਾਲਾਤ ਕੁਝ ਵੀ ਹੋ ਸਕਦੇ ਨੇ ਔਰ ਕਦੇ ਵੀ ਹੋ ਸਕਦੇ ਨੇ। ਫਿਰੋਜ਼ਪੁਰ ਦੇ ਨਾਮ ਦੇ ਅੱਗੇ ਬੈਕਵਰਡ ਲੱਗਿਆ ਹੋਇਆ, ਪਿਛੜਾ। ਇਹਦੇ 'ਚ ਲੋਕਾਂ ਦੀ ਕਮੀ ਨਹੀਂ ਹੈ, ਇਹਦੇ 'ਚ ਲੋਕਾਂ ਦਾ ਕਸੂਰ ਨਹੀਂ ਹੈ, ਕਸੂਰ ਲੀਡਰਾਂ 'ਚ ਰਿਹਾ। ਫਿਰੋਜ਼ਪੁਰ ਜ਼ਿਲ੍ਹੇ ਦੀਆਂ 4 ਸੀਟਾਂ, ਕਿਹੜੀ ਸੀਟ ਤੇ ਕੋਈ ਜਿੱਤਦਾ ਸੀ, ਕਿਹੜੀ ਸੀਟ ਤੇ ਕੋਈ ਜਿੱਤਦਾ ਸੀ, ਉਹ ਚਾਰੇ ਦੇ ਚਾਰੇ MLA ਜੇ ਤਾਂ ਇੱਕੋ ਪਾਰਟੀ 'ਚ ਹੁੰਦੇ ਸੀ, ਇੱਕੋ ਸਰਕਾਰ ਦਾ ਹਿੱਸਾ ਹੁੰਦੇ ਸੀ, ਤਾਂ ਉਹ ਚਾਰੇ ਦੇ ਚਾਰੇ ਇੱਕ ਦੂਜੇ ਨੂੰ ਡਾਊਨ ਕਰਨ ਦੇ ਵਿੱਚ, ਇੱਕ ਦੂਜੇ ਨੂੰ ਥੱਲੇ ਸੁੱਟਣ ਦੇ ਵਿੱਚ ਸਿਆਸਤ ਕਰਦੇ ਸੀ, ਸਿਆਸਤ ਖੇਡਦੇ ਸੀ ਆਪਸ 'ਚ। ਲੋਕਾਂ ਬਾਰੇ ਕਦੇ ਨਹੀਂ ਸੋਚਿਆ। ਆਮ ਆਦਮੀ ਪਾਰਟੀ ਦੇ ਵਿੱਚ ਚਾਰੇ ਅਸੀਂ MLA, ਸਤਿਕਾਰਯੋਗ ਫੌਜਾ ਸਿੰਘ ਸਰਾਰੀ ਸਾਹਿਬ ਜੋ ਹੁਣ ਕੈਬਨਿਟ ਮਿਨਿਸਟਰ ਨੇ, ਸਰਦਾਰ ਰਣਬੀਰ ਸਿੰਘ ਭੁੱਲਰ ਸਾਹਿਬ, ਨਰੇਸ਼ ਕਟਾਰੀਆ ਜੀ ਜੀਰਾ ਤੋਂ, ਔਰ ਮੈਂ, ਸਾਡੀ ਚਾਰਿਆਂ ਦੀ ਅੰਡਰਸਟੈਂਡਿੰਗ ਇੱਕੋ ਹੀ ਹੈ। ਸਾਡੇ ਚਾਰਿਆਂ ਦਾ ਇੱਕੋ ਹੀ ਮੋਟਿਵ ਹੈ ਕਿ ਅਸੀਂ ਫਿਰੋਜ਼ਪੁਰ ਨੂੰ ਅੱਗੇ ਲੈ ਕੇ ਜਾਣਾ। ਅਸੀਂ ਲਿਆਵਾਂਗੇ। ਫਾਈਨਾਂਸ ਮਿਨਿਸਟਰ ਸਾਡੇ ਚੀਮਾ ਸਾਹਿਬ ਨਾਲ ਵੀ ਡਿਸਕਸ ਹੋਈ ਹੈ। ਮੈਂ ਔਰ ਰਣਬੀਰ ਭੁੱਲਰ ਜੀ ਨੇ ਅਸੀਂ ਜੁਆਇੰਟ ਜਿਹੜਾ ਹੈਗਾ ਐਫਰਟਸ ਕੀਤੇ ਨੇ। ਪੰਜਾਬ ਜਿਹੜੀ ਟੈਕਨੀਕਲ ਯੂਨੀਵਰਸਿਟੀ ਬਣੀ SBS ਕਾਲਜ ਦੇ ਵਿੱਚ, ਤੁਸੀਂ ਵੇਖੋ ਇਹਦੀ ਗ੍ਰਾਂਟ ਡਬਲ ਹੋਈ ਹੈ। ਪਹਿਲਾਂ ਇਹਨਾਂ ਦਾ ਬਜਟ 15 ਕਰੋੜ ਹੁੰਦਾ ਸੀ, ਐਤਕੀ 30 ਕਰੋੜ। ਬਿਲਕੁਲ ਸਹੀ ਗੱਲ ਹੈ। ਜੇ ਇੱਥੇ 30 ਕਰੋੜ ਹੋਇਆ, ਇੱਥੇ ਹੁਣ 8 ਤੋਂ 10 ਨਵੇਂ ਕੋਰਸਿਸ ਸ਼ੁਰੂ ਹੋਣ ਜਾ ਰਹੇ ਨੇ। ਜੇ ਨਵੇਂ ਕੋਰਸ ਸ਼ੁਰੂ ਹੋਣਗੇ ਤਾਂ ਬੱਚਿਆਂ ਨੂੰ ਨਿਊ ਐਜੂਕੇਸ਼ਨ ਇੱਥੇ ਮਿਲੇਗੀ, ਔਰ ਉਹ ਨਵੇਂ ਕੋਰਸ ਜਦੋਂ ਸ਼ੁਰੂ ਹੋਣਗੇ ਤਾਂ ਸਟਾਫ ਇੱਥੇ ਨਵਾਂ ਆਵੇਗਾ, ਉਹਨਾਂ ਨੂੰ ਰੋਜ਼ਗਾਰ। ਸਰ, ਇੱਕ ਫਿਰੋਜ਼ਪੁਰ ਦੇ ਵਿੱਚ ਨਾ ਕਾਫੀ ਸਮੇਂ ਤੋਂ ਜਿਹੜਾ ਉਹ PGI ਸੈਟੇਲਾਈਟ ਸੈਂਟਰ ਉਹ ਪੈਂਡਿੰਗ ਪਿਆ ਜੀ ਮੁੱਦਾ। ਉਹ ਅੱਜ ਤੱਕ ਜਿਹੜਾ ਹੈ ਉਹ PGI ਸੈਂਟਰ ਦਾ ਕੀ ਬਣੇਗਾ ਜੀ ਅੱਗੇ, ਉਹ ਹਸਪੀਟਲ ਇੱਥੇ ਆਏਗਾ ਕਿ ਨਹੀਂ ਆਏਗਾ, ਉਹ ਹਲੇ ਲੋਕਾਂ ਦੇ ਵਿੱਚ ਜਿਹੜੀ ਅਸਮੰਜਸ ਹੈ ਵੀ ਇਹ ਚੀਜ਼ ਦਾ ਕੀ ਬਣੇਗਾ। PGI ਦੇ ਉੱਤੇ ਸਿਰਫ ਰਾਜਨੀਤੀ ਹੋਈ ਹੈ, ਕੰਮ ਨਹੀਂ ਹੋਇਆ। ਜੇ ਕੰਮ ਹੋਣਾ ਹੁੰਦਾ ਤੇ ਬਾਦਲ ਸਾਹਿਬ ਵੀ ਚਲੇ ਗਏ ਰਹਿ ਕੇ, ਕਾਂਗਰਸ ਵੀ ਚਲੇ ਗਈ। ਸਿਰਫ ਕ੍ਰੈਡਿਟ ਵਾਰ ਹੋਈ। ਮੈਂ ਮਨਜ਼ੂਰ ਕਰਾਇਆ, ਉਹ ਕਹਿੰਦੇ ਮੇਰੇ ਹਲਕੇ 'ਚ ਬਣਨਾ, ਉਹ ਕਹਿੰਦੇ ਅਸੀਂ ਇੱਥੇ ਨਹੀਂ ਬਣਾਉਣਾ, ਕੋਈ ਕਹਿੰਦਾ ਜੀ ਦੂਰ ਲੈ ਕੇ ਚੱਲਾਂਗੇ, ਕੋਈ ਕਹਿੰਦਾ ਜੀ ਸ਼ਹਿਰੀ ਏਰੀਆ 'ਚ ਬਣਾਉਣਾ। ਸਿਰਫ ਖੀਚਾਤਾਨ ਹੋਈ ਹੈ, ਲੈਗ ਪੁਲਿੰਗ ਹੋਈ ਹੈ, ਉਹਦੇ 'ਤੇ ਸਿਆਸਤ ਹੋਈ ਹੈ। ਇਲੈਕਸ਼ਨ ਆਉਂਦਾ ਸੀ, ਭਾਵੇਂ ਉਹ MP ਇਲੈਕਸ਼ਨ ਸੀ, ਭਾਵੇਂ ਅਸੈਂਬਲੀ ਇਲੈਕਸ਼ਨ ਸੀ, ਉਹ ਮੁੱਦਿਆਂ ਨੂੰ ਸਾਹਮਣੇ ਲਿਆਉਂਦੇ ਸੀ। ਇਲੈਕਸ਼ਨ ਤੋਂ ਬਾਅਦ ਉਹ ਮੁੱਦਾ ਠੰਡਾ ਹੋ ਜਾਂਦਾ ਸੀ। ਮਾਨਯੋਗ ਪ੍ਰਧਾਨ ਮੰਤਰੀ ਮੋਦੀ ਸਾਹਿਬ ਜਦੋਂ ਇੱਥੇ ਉਹਦਾ ਫਾਊਂਡੇਸ਼ਨ ਸਟੋਨ ਵਾਸਤੇ ਆਏ ਸੀ, ਠੀਕ ਹੈ ਕੋਈ ਕਾਰਜ ਰਿਹਾ ਹੋਗਾ, ਨਹੀਂ ਆਏ। ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ ਹੈਲਥ ਔਰ ਐਜੂਕੇਸ਼ਨ ਦੇਣ ਲਈ ਵਚਨਬੱਧ ਹੈ। ਪ੍ਰਾਈਮ ਏਜੰਡੇ ਨੇ ਔਰ ਸਰਕਾਰ ਨੇ ਇਹ ਦੇਣੇ। ਇਸ ਵਾਰ ਵਿਧਾਨ ਸਭਾ ਸੈਸ਼ਨ ਦੇ ਵਿੱਚ ਮੈਂ ਇਹ ਮੁੱਦਾ ਫਿਰ ਰੱਖਿਆ ਔਰ BJP ਦੇ ਜਿਹੜੇ MLA ਸਾਹਿਬ ਸੀ ਅਸ਼ਵਨੀ ਸ਼ਰਮਾ ਜੀ, ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਉਹ ਮੋਦੀ ਸਾਹਿਬ ਤੇ ਸੈਂਟਰਲ ਲੀਡਰਸ਼ਿਪ ਨਾਲ ਗੱਲ ਕਰਕੇ ਇਹ PGI ਦਾ ਨਿਰਮਾਣ ਸ਼ੁਰੂ ਕਰਵਾਉਣਗੇ। ਕਰੀਬ 550 ਕਰੋੜ ਰੁਪਇਆ ਇਹ ਜਿਹੜਾ ਪ੍ਰੋਜੈਕਟ ਹੈ। ਡਾਕਟਰ ਅਗਰਵਾਲ ਨੇ ਆਈ ਥਿੰਕ ਜਿਹੜੇ ਕਿ ਇਹਦੇ ਨੂੰ ਕੋਆਰਡੀਨੇਟ ਕਰ ਰਹੇ ਨੇ, ਜੋ ਇਹਦੇ ਇੰਚਾਰਜ ਨੇ PGI ਦੇ ਪ੍ਰੋਜੈਕਟ ਦੇ, ਸਿਰਫ ਵੇਟ ਹੋ ਰਹੀ ਹੈ ਕਿ ਇਹਦਾ ਨੀਂਹ ਪੱਥਰ ਆਫੀਸ਼ੀਅਲੀ ਹੋ ਜਾਏ ਔਰ ਇਹਦਾ ਕੰਮ ਸ਼ੁਰੂ ਹੋਵੇ। ਡਿਲੇ BJP ਕਰ ਰਹੀ ਹੈ। ਹੋ ਸਕਦਾ ਕਿ BJP ਦੇ ਮਨ ਦੇ ਵਿੱਚ ਇਹ ਹੋਵੇ ਕਿ ਅਸੀਂ ਆਪਦੀ ਰਾਜਨੀਤਿਕ ਜ਼ਮੀਨ ਨੂੰ ਤਲਾਸ਼ਣ ਵਾਸਤੇ 2024 ਦੇ MP ਇਲੈਕਸ਼ਨ ਤੋਂ ਪਹਿਲਾਂ ਕਰੀਏ। ਇਹ ਡਿਲੇ ਸਿਰਫ ਔਰ ਸਿਰਫ BJP ਕਰ ਰਹੀ ਹੈ। ਪੰਜਾਬ ਸਰਕਾਰ ਦਾ ਜੋ ਆਪਦਾ ਬਣਦਾ ਹਿੱਸਾ ਜਾਂ ਜੋ ਬਣਦੀ ਕਾਰਵਾਈ ਹੈ ਅਸੀਂ ਕਰਨ ਨੂੰ ਤਿਆਰ ਹਾਂ। ਮੈਂ ਜਦੋਂ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਚੱਕਿਆ
ਉਸ ਤੋਂ ਬਾਅਦ ਸਾਡੇ ਸਾਬਕਾ ਮੰਤਰੀ ਸਾਹਿਬ ਰਾਣਾ ਸੋਢੀ ਜੀ, ਉਹਨਾਂ ਨੂੰ ਵੀ ਪੀਜੀਆਈ ਦੀ ਯਾਦ ਆ ਗਈ, ਉਹ ਵੀ ਅਮਿਤ ਸ਼ਾਹ ਜੀ ਕੋਲ ਚਲੇ ਗਏ, ਪਤਾ ਨਹੀਂ ਹੋਰ ਵੀ ਕਿੱਥੇ ਕਿਤੇ ਗਏ ਨੇ। ਮੈਂ ਕਿਹਾ ਚਲੋ ਜਾਓ, ਕ੍ਰੈਡਿਟ ਲੈਣਾ, ਪਰ ਰਾਣਾ ਸੋਢੀ ਜਿਹਦੇ ਸਿਰ ਤੇ ਸਿਹਰਾ ਬੰਨ ਦੇਣਗੇ, ਆ ਲਓ ਜੀ ਆਹ ਸਿਹਰਾ ਚੱਕੋ, ਤੁਸੀਂ ਪੀਜੀਆਈ ਲੈ ਕੇ ਆਏ। ਬਣੇ ਤਾਂ ਸੀ। ਮੈਂ ਤਾਂ ਜਿਨ੍ਹਾਂ ਨੇ ਵੀ ਐਫਰਟਸ ਕੀਤਾ, ਮੈਂ ਉਹਨਾਂ ਨੂੰ ਜਾ ਕੇ ਗੁਲਦਸਤਾ ਵੀ ਦੇ ਕੇ ਆਊਂਗਾ, ਮਿਠਾਈ ਵੀ ਦੇ ਕੇ ਆਊਂਗਾ, ਵੀ ਭਾਈ ਤੁਸੀਂ ਹਿੱਸਾ ਪਾਇਆ ਸੀ, ਤੁਹਾਡਾ ਯੋਗਦਾਨ ਸੀ ਬਣਾਇਆ। ਪਹਿਲਾਂ ਬਣਾਓ ਤਾਂ ਸਹੀ ਯਾਰ, ਲੋਕ ਮਰ ਰਹੇ ਨੇ, ਇਲਾਜ ਇੰਨਾ ਮਹਿੰਗਾ ਹੋ ਗਿਆ। ਸਾਡੇ ਇਸ ਤੋਂ ਪਹਿਲਾਂ ਦੀਆਂ ਕਾਰਗੁਜ਼ਾਰੀਆਂ ਜਿਹੜੀਆਂ ਸਰਕਾਰਾਂ ਰਹੀਆਂ, ਸਾਡੇ ਹਸਪਤਾਲ ਰੈਫਰਲ ਹਸਪਤਾਲ ਨੇ, ਇਲਾਜ ਵਾਲੇ ਨਹੀਂ ਨੇ। ਮੈਡੀਕਲ ਮਾਫੀਆ ਹੈਵੀ ਹੈ। ਮੈਂ ਕਹਿੰਦਾ ਯਾਰ ਹਸਪਤਾਲ ਬਣੇ, ਲੋਕਾਂ ਨੂੰ ਇਲਾਜ ਮਿਲੇ, ਲੋਕ ਮਰ ਰਹੇ ਨੇ। ਕੋਈ ਵੀ ਭਾਵੇਂ ਉਹ ਨੌਕਰੀ ਪੇਸ਼ੇ ਵਾਲਾ ਵਪਾਰੀ ਹੈ, ਅੱਜ ਇੰਨਾ ਸક્ષਮ ਨਹੀਂ ਹੈ ਮੈਡੀਕਲ ਐਕਸਪੈਂਸਿਵ ਨੂੰ ਬਰਦਾਸ਼ਤ ਕਰ ਸਕੇ। ਹਸਪਤਾਲ ਬਣਨਾ ਚਾਹੀਦਾ। ਕ੍ਰੈਡਿਟ ਪਰਮਾਤਮਾ ਨੇ ਦੇਣਾ, ਉਹਨੇ ਜਿਸ ਰੂਪ 'ਚ ਦੇਣਾ ਤੁਹਾਨੂੰ ਦੇ ਹੀ ਦੇਣਾ। ਇੱਕ ਆਖਰੀ ਸਵਾਲ ਹੈ ਸਰ, ਬੀਜੇਪੀ ਸਰਕਾਰ, ਸੈਂਟਰ ਸਰਕਾਰ ਵੱਲੋਂ ਗੁਰਦੁਆਰੇ ਦੇ ਬਣੀਆਂ ਸਰਾਵਾਂ ਨੇ ਜਿਹੜੀਆਂ, ਉਹਨਾਂ ਦੇ ਉੱਪਰ 12% GST ਲਗਾਇਆ ਗਿਆ। ਗੁਰਦੁਆਰੇ ਦੇ ਉੱਪਰ ਅੱਜ ਤੱਕ ਐਵੇਂ ਦਾ ਕੋਈ ਟੈਕਸ ਅੱਗੇ ਨਹੀਂ ਹੋਇਆ, ਜਿਹੜਾ ਕਿ ਹੁਣ ਲਗਾ ਦਿੱਤਾ ਗਿਆ ਹੈ, ਔਰ ਸਾਰੇ ਪਾਸੇ ਇਹਦਾ ਵਿਰੋਧ ਵੀ ਹੋ ਰਿਹਾ। ਕੀ ਇਹ ਵਾਪਸ ਜਾਏਗਾ ਅਗਰ ਪੰਜਾਬ ਸਰਕਾਰ ਇਹਦੇ 'ਚ ਦਖਲ ਦੇ ਰਹੀ? ਮਾਨ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਕਿ ਵਾਪਸ ਹੋਣਾ ਚਾਹੀਦਾ। ਇਹਦਾ ਤੁਸੀਂ ਕੀ ਸੋਚਦੇ ਇਹਦੇ ਬਾਰੇ? ਦੇਖੋ, ਬੀਜੇਪੀ ਦੀ ਸ਼ੁਰੂ ਤੋਂ ਆਦਤ ਰਹੀ ਹੈ ਕਿ ਉਹ ਡਿਵਾਈਡ ਐਂਡ ਰੂਲ ਨੂੰ ਫੋਲੋ ਕਰਦੀ ਹੈ, ਕਿਉਂਕਿ ਅਸਲ ਮੁੱਦਿਆਂ ਤੇ ਕਦੇ ਵੀ ਬੀਜੇਪੀ ਨੇ ਨਾ ਤਾਂ ਰਾਜਨੀਤੀ ਕੀਤੀ ਹੈ, ਔਰ ਨਾ ਹੀ ਅਸਲ ਮੁੱਦਿਆਂ ਵਾਸਤੇ ਕਦੇ ਬੀਜੇਪੀ ਨੇ ਰਾਜਨੀਤਿਕ ਲੜਾਈ ਲੜੀ ਹੈ। ਹੁਣ 24 ਆ ਰਿਹਾ, ਅਟੈਂਸ਼ਨ ਲੋਕਾਂ ਦੀ ਡਾਈਵਰਟ ਕਰਦੀਆਂ, ਸਰਾਵਾਂ ਦੇ ਉੱਤੇ GST ਲਾਉਣਾ। ਇਹਨਾਂ ਨੂੰ ਪੁੱਛੋ ਵੀ ਜਿਹੜੇ ਇਹਨਾਂ ਦੇ ਬਿਜ਼ਨਸਮੈਨ ਨੇ, ਕਾਰਪੋਰੇਟ ਨੇ, ਜਿਨ੍ਹਾਂ ਦੇ ਵੱਡੇ ਵੱਡੇ ਹੋਟਲਸ ਚੱਲਦੇ ਨੇ, ਉਹਨਾਂ ਦੇ ਉੱਤੇ ਕਿਉਂ ਮਿਹਰਬਾਨ ਨੇ? GST ਉਹ ਵੀ ਗੁਰਦੁਆਰਿਆਂ ਦੇ ਸਰਾਵਾਂ 'ਚ ਸਿੱਧੀ ਲਗਾ ਕੇ ਇਹਨਾਂ ਨੇ ਹਿੰਦੂ ਸਿੱਖ ਪਾੜਨ ਦੀ ਕੋਸ਼ਿਸ਼ ਕੀਤੀ, ਸਿੱਖਾਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ। ਕਦੇ ਹਿੰਦੂ ਮੁਸਲਮਾਨ, ਜਦੋਂ ਵੇਖਿਆ ਵੀ ਹੁਣ ਹਿੰਦੂ ਮੁਸਲਮਾਨ ਦਾ ਰੰਗ ਨਹੀਂ ਚੜ ਰਿਹਾ, ਹੁਣ ਹਿੰਦੂ ਸਿੱਖ। ਇਹ ਬੀਜੇਪੀ ਕਦੇ ਵੀ ਸ਼ਾਂਤੀ ਨਹੀਂ ਚਾਹੁੰਦੀ, ਕਿਉਂਕਿ ਬੀਜੇਪੀ ਨੇ ਕਦੇ ਵੀ ਲੋਕਾਂ ਲਈ, ਲੋਕਾਂ ਦੇ ਹਿੱਤਾਂ ਲਈ, ਲੋਕਾਂ ਦੀ ਐਜੂਕੇਸ਼ਨ ਲਈ, ਲੋਕਾਂ ਦੇ ਰੋਜ਼ਗਾਰ ਲਈ, ਲੋਕਾਂ ਦੀ ਸਿਹਤ ਸੁਵਿਧਾਵਾਂ ਲਈ ਕਦੇ ਲੜਾਈ ਨਹੀਂ ਲੜੀ। ਇਹ ਲੜੇ ਕਿਹਦੇ ਕਰਕੇ ਨੇ? ਪਹਿਲਾਂ ਮੰਦਰ ਪਿੱਛੇ ਲੜਦੇ ਨੇ, ਹੁਣ ਕਦੇ ਹਿੰਦੂ ਰਾਸ਼ਟਰ ਪਿੱਛੇ ਲੜਦੇ ਨੇ। ਮੈਂ ਖੁਦ ਹਿੰਦੂ ਹਾਂ, ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ। ਇਹਨਾਂ ਨੇ ਜਦੋਂ ਵੋਟਾਂ ਲੈਣੀਆਂ ਨੇ ਉਦੋਂ ਪੱਗ ਵੀ ਬੰਨ੍ਹ ਲੈਂਦੇ ਨੇ। ਮੋਦੀ ਸਾਹਿਬ ਇੱਕ ਵਾਰੀ ਆਏ ਸੀ, ਮੈਨੂੰ ਯਾਦ ਨਹੀਂ ਉਹ ਕਿਹੜਾ ਇਵੈਂਟ ਸੀਗਾ, ਹਾਰਡਲੀ 5 ਮਿੰਟ ਵੀ ਪੱਗ ਉਹਨਾਂ ਨੇ ਸਿਰ ਤੇ ਨਹੀਂ ਰੱਖੀ ਤੇ ਨਾਲ ਦੇ ਨਾਲ ਲਾ ਕੇ ਰੱਖਤੀ। ਪੰਜਾਬ ਤੇ ਪੰਜਾਬੀਅਤ ਤੇ ਪੰਜਾਬੀ ਕਲਚਰ ਨੂੰ ਇਹ ਸਿਰਫ ਇਸਤੇਮਾਲ ਕਰਦੇ ਨੇ, ਉਹਨਾਂ ਨੂੰ ਮੰਨਦੇ ਨਹੀਂ। ਇਹਨਾਂ ਨੂੰ ਪੰਜਾਬ ਖਟਕਦਾ, ਪੰਜਾਬੀ ਖਟਕਦੇ ਨੇ, ਔਰ ਸਾਡਾ ਕਲਚਰ ਖਟਕਦਾ। ਇਹ ਸੀ ਜੀ ਸਾਡੇ MLA ਸਾਹਿਬ ਸ਼੍ਰੀ ਰਜਨੀਸ਼ ਦਹੀਆ ਜੀ, ਜਿਨ੍ਹਾਂ ਨੇ ਹਮੇਸ਼ਾ ਹੀ ਆਪਣੇ ਲੋਕਾਂ ਵਾਸਤੇ ਸੇਵਾ ਦਾ ਹਮੇਸ਼ਾ ਜਜ਼ਬਾ ਉਹ ਰੱਖਿਆ ਹੈਗਾ। ਜਦੋਂ ਦੀ ਆਪ ਦੀ ਸਰਕਾਰ ਆਈ ਹੈ, ਲਗਾਤਾਰ ਆਪਣੇ ਏਰੀਏ ਦੇ ਵਿੱਚ ਤਤਪਰ ਰਹੇ ਨੇ ਕੰਮ ਕਰਨ ਵਾਸਤੇ। ਜਿਵੇਂ ਕਿ ਇਹਨਾਂ ਨੇ ਜਵਾਬ ਵੀ ਬੜੇ ਬੇਬਾਕੀ ਨਾਲ ਦਿੱਤੇ ਨੇ, ਤੇ ਦੱਸਿਆ ਵੀ ਹੈ ਕਿ ਕਿਸ ਤਰ੍ਹਾਂ ਜਿਹੜੀ ਹੈ ਆਪ ਦੀ ਸਰਕਾਰ ਉਹ ਲੋਕਾਂ ਦੀ ਸੇਵਾ ਕਰਨ ਵਾਸਤੇ ਕੀ ਨਵੇਂ ਉਪਰਾਲੇ ਕਰ ਰਹੀ ਹੈ ਔਰ ਕਰਨ ਜਾ ਰਹੀ ਹੈ। ਮੈਂ ਪ੍ਰਮੋਦ ਕੁਮਾਰ, HSN TV ਫਿਰੋਜ਼ਪੁਰ ਤੋਂ।